ਪੁਰਾਣੇ ਭਾਈਵਾਲ ਅਕਾਲੀ ਦਲ ਦੇ ਨਾਲ ਗੱਠਜੋੜ ਤੇ ਪੀਐਮ ਮੋਦੀ ਦਾ ਵੱਡਾ ਬਿਆਨ। ਬੋਲੇ ਸੂਬੇ ਨੂੰ ਖੂਨ ਖਰਾਬੇ ਦੇ ਵਿੱਚੋਂ ਕੱਢਣ ਦੇ ਲਈ ਕੀਤਾ ਸੀ ਸਿਆਸੀ ਕੰਪਰੋਮਾਈਜ਼, ਪੰਜਾਬ ਦੇ ਹਿੱਤਾਂ ਨੂੰ ਸਮਝਿਆ ਸੀ ਸੁਪਰੀਮ। ਈਡੀ ਰੇਡ ਨੂੰ ਪ੍ਰਧਾਨ ਮੰਤਰੀ ਨੇ ਦੱਸਿਆ ਪ੍ਰਸ਼ਾਸਨਿਕ ਪ੍ਰਕਿਰਿਆ। ਬੋਲੇ ਚੋਣਾਂ ਦੇ ਦੌਰਾਨ ਰੇਡ ਨਹੀਂ ਹੁੰਦੀ, ਰੇਡ ਦੇ ਵਿਚਾਲੇ ਆ ਜਾਂਦੀਆਂ ਨੇ ਚੋਣਾਂ। ਕਿਹਾ ਦੇਸ਼ ਦੇ ਵਿੱਚ ਅਕਸਰ ਹੁੰਦੇ ਨੇ ਇਲੈਕਸ਼ਨ ਤਾਂ ਕਿ ਸਰਕਾਰੀ ਦਫ਼ਤਰ ਬੰਦ ਕਰ ਦੇਣ ਕੰਮ। ਪੰਜਾਬ ਦੇ ਰਣ ਦੇ ਵਿੱਚ ਉਤਰਨਗੇ ਪ੍ਰਿੰਕਾ ਗਾਂਧੀ। ਐਤਵਾਰ ਨੂੰ ਆਉਣਗੇ ਪੰਜਾਬ, ਧੂਰੀ ਦੇ ਵਿੱਚ ਹੋ ਸਕਦੀ ਹੈ ਪ੍ਰਿੰਕਾ ਗਾਂਧੀ ਦੀ ਰੈਲੀ। ਸੀਐਮ ਚੰਨੀ ਦੇ ਵੱਲੋਂ ਸੂਬੇ ਭਰ ਦੇ ਵਿੱਚ ਧੁਆਂਧਾਰ ਪ੍ਰਚਾਰ ਜਾਰੀ। ਅੱਜ ਦੁਆਬੇ ਅਤੇ ਮਾਲਵੇ ਦੇ 6 ਹਲਕਿਆਂ ਦੇ ਵਿੱਚ ਭਰਨਗੇ ਹੁੰਕਾਰ। ਚਮਕੌਰ ਸਾਹਿਬ ਤੋਂ ਕਰਨਗੇ ਸ਼ੁਰੂਆਤ। ਅੱਜ ਮਾਝਾ 'ਚ ਚੋਣ ਅਖਾੜਾ ਪਖਾਉਣਗੇ ਭਗਵੰਤ ਮਾਨ। ਖੇਮਕਰਨ ਤੇ ਖਡੂਰ ਸਾਹਿਬ ਦੇ ਵਿੱਚ ਕਰਨਗੇ ਚੋਣ ਪ੍ਰਚਾਰ। ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ। ਅੱਜ ਲਗਾਤਾਰ ਦੂਜੇ ਦਿਨ ਮਾਝੇ 'ਚ ਸੁਖਬੀਰ ਬਾਦਲ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਹਲਕਿਆਂ ਦੇ ਵਿੱਚ ਪਖਾਉਣਗੇ ਪ੍ਰਚਾਰ। ਪਾਰਟੀ ਉਮੀਦਵਾਰਾਂ ਦੇ ਲਈ ਮੰਗਣਗੇ ਵੋਟ। ਸੰਤ ਸਮਾਜ ਨੇ ਅਕਾਲੀ ਬਸਪਾ ਗੱਠਜੋੜ ਨੂੰ ਹਮਾਇਤ ਦੇਣ ਦਾ ਕੀਤਾ ਐਲਾਨ। ਹਰਨਾਮ ਸਿੰਘ ਧੁੰਮਾ ਬੋਲੇ ਅਕਾਲੀ ਦਲ ਦੀ ਸੰਤ ਸਮਾਜ ਨੂੰ ਵੱਡੀ ਦੇਣ। ਪੰਜਾਬ 'ਚ ਚੋਣ ਪ੍ਰਚਾਰ ਦੇ ਵਿਚਾਲੇ ਲੋਕ ਸਭਾ ਪਹੁੰਚੇ ਭਗਵੰਤ ਮਾਨ। ਗੰਨਾ ਕਿਸਾਨਾਂ ਦੇ ਬਕਾਏ ਦਾ ਚੁੱਕਿਆ ਮੁੱਦਾ। ਅੰਦੋਲਨ ਦੇ ਵਿੱਚ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ੇ ਦੇ ਮਸਲੇ ਤੇ ਵੀ ਸਰਕਾਰ ਨੂੰ ਘੇਰਿਆ। ਪੰਜਾਬ ਦੇ ਰਣ 'ਚ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ 4 ਹਲਕਿਆਂ ਦੇ ਵਿੱਚ ਪਖਾਉਣਗੇ ਚੋਣ ਪ੍ਰਚਾਰ। ਪਹਿਲਾਂ ਮੁਕੇਰੀਆਂ ਗੜਸ਼ੰਕਰ ਦੇ ਵਿੱਚ ਮੰਗਣਗੇ ਵੋਟ, ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਤੇ ਜ਼ੀਰਕਪੁਰ ਕੰਪੇਨ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲਟਨ ਸਵਾਗਤ ਹੈ। ਗੱਲ ਕਰਾਂਗੇ 2022 ਦੇ ਸਿਆਸੀ ਅਖਾੜੇ ਦੀ ਤੇ ਸ਼ੁਰੂਆਤ ਕਰਾਂਗੇ ਪ੍ਰਧਾਨ ਮੰਤਰੀ ਦੇ ਵੱਡੇ ਬਿਆਨ ਤੋਂ। ਪੁਰਾਣੇ ਭਾਈਵਾਲ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀਗਾ। ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਆਇਆ ਪ੍ਰਧਾਨ ਮੰਤਰੀ ਦਾ। ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਹੋਇਆ ਸੀ, ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ। ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ। ਉਹਨਾਂ ਨੇ ਕਿਹਾ ਕਿ ਸਿਆਸੀ ਕੰਪਰੋਮਾਈਜ਼ ਕੀਤਾ ਸੀ, ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖਿਆ ਸੀਗਾ। ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀਗਾ। ਅਕਾਲੀ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਹਾਲਾਂਕਿ ਰਸਤੇ ਹੁਣ ਅਲੱਗ-ਅਲੱਗ ਹੋ ਚੁੱਕੇ ਨੇ। ਇਹ ਗੱਠਜੋੜ ਜਿਹੜਾ ਵਾ ਟੁੱਟ ਚੁੱਕਾ ਹੈ ਤੇ ਇਸ ਦੇ ਵਿਚਾਲੇ ਹੀ ਹੁਣ ਇਹ ਵੱਡਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ, ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਉੱਤੇ ਰੱਖਿਆ। ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀਗਾ। ਸੋ ਇਸੇ ਗੱਠਜੋੜ ਨੂੰ ਲੈ ਕੇ ਪਹਿਲੀ ਵਾਰ ਪ੍ਰਧਾਨ ਮੰਤਰੀ ਖੁੱਲ੍ਹ ਕੇ ਬੋਲੇ ਨੇ। ਪਹਿਲੀ ਵਾਰ ਖੁੱਲ੍ਹ ਕੇ ਵੱਡਾ ਬਿਆਨ ਦਿੱਤਾ ਗਿਆ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ। ਹਾਲਾਂਕਿ ਖੇਤੀ ਕਾਨੂੰਨਾਂ ਦਾ ਮੁੱਦਾ ਜਿਹੜਾ ਵੱਡੀ ਵਜ੍ਹਾ ਬਣਦਾ, ਇਸੇ ਕਰਕੇ ਬੀਜੇਪੀ ਤੇ ਅਕਾਲੀ ਦਲ ਦੇ ਰਸਤੇ ਅਲੱਗ-ਅਲੱਗ ਹੁੰਦੇ ਨੇ, ਗੱਠਜੋੜ ਟੁੱਟ ਜਾਂਦਾ ਹੈ। ਤੇ ਹੁਣ ਇਸੇ ਗੱਠਜੋੜ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀ, ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ। ਸਿਆਸੀ ਕੰਪਰੋਮਾਈਜ਼ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ। ਉਹਨਾਂ ਕਿਹਾ ਕਿ ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਉੱਪਰ ਰੱਖਿਆ। ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀ। मैं समझता हूं कि मेरी पार्टी के जो वरिष्ठ नेताओं ने उस समय जो नीतियां बनाई, जो रणनीतियां बनाई, वो उस समय के लिए बहुत अनिवार्य थी और उसके कारण पंजाब की एकता, पंजाब के अंदर फिर से एक बार शांति का माहौल बने, पंजाब खून खराबे से बाहर निकले। और मैं मानता हूं कि भारतीय जनता पार्टी ने अपने राजनीतिक स्वार्थ के बजाय पंजाब का हित सुप्रीम माना और उसने राजनीतिक जो भी कॉम्प्रोमाइज करने की आवश्यकता थी किया। वो बहुत जरूरी था, इसलिए किया। हम पंजाब को खून खराबे से बाहर निकालना चाहते थे, हम पंजाब को शांति देना चाहते थे और उसके लिए अगर बीजेपी का नुकसान होता है तो होने देंगे, ये हमने होने दिया।
ਸੋ ਪੁਰਾਣੇ ਭਾਈਵਾਲ ਅਕਾਲੀ ਦਲ ਤੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀਗਾ, ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ। ਉੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਉੱਪਰ ਰੱਖਿਆ। ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀਗਾ। ਸੋ ਖੁੱਲ੍ਹ ਕੇ ਪਹਿਲੀ ਵਾਰ ਇਸ ਗੱਠਜੋੜ ਨੂੰ ਲੈ ਕੇ ਪ੍ਰਧਾਨ ਮੰਤਰੀ ਬੋਲੇ ਨੇ। ਹਾਲਾਂਕਿ ਜਦੋਂ ਕਿਸਾਨੀ ਮੁੱਦਾ ਸੀਗਾ, ਕਿਸਾਨਾਂ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀਗਾ, ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਇਸੇ ਦੌਰਾਨ ਹੀ ਅਕਾਲੀ ਦਲ ਦੇ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ। ਬੀਜੇਪੀ ਨਾਲੋਂ ਨਾਤਾ ਤੋੜ ਲਿਆ ਜਾਂਦਾ ਤੇ 9 ਮਾਸ ਦਾ ਰਿਸ਼ਤਾ ਜਿਹੜਾ ਉਹ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਚ ਹੁਣ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਨੇ ਪ੍ਰਧਾਨ ਮੰਤਰੀ ਇਸੇ ਹੀ ਗੱਠਜੋੜ ਨੂੰ ਲੈ ਕੇ। ਹਾਲਾਂਕਿ ਅਕਾਲੀ ਦਲ ਦਾ ਗੱਠਜੋੜ ਹੁਣ ਬੀਐਸਪੀ ਦੇ ਨਾਲ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ ਹੈ। ਬੀਐਸਪੀ ਨਾਲ ਮਿਲ ਕੇ ਅਕਾਲੀ ਦਲ 2022 ਦੀਆਂ ਚੋਣਾਂ ਲੜ ਰਿਹਾ ਹੈ ਤੇ ਬੀਜੇਪੀ ਦਾ ਗੱਠਜੋੜ ਕੈਪਟਨ ਅਮਰਿੰਦਰ ਤੇ ਅਕਾਲੀ ਦਲ ਸੰਯੁਕਤ ਦੇ ਨਾਲ ਹੈ। ਪਰ ਪੁਰਾਣੇ ਭਾਈਵਾਲ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀਗਾ, ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ। ਸਿਆਸੀ ਕੰਪਰੋਮਾਈਜ਼ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਨੇ। ਇਸ ਬਿਆਨ ਦੇ ਇਹਨਾਂ ਸ਼ਬਦਾਂ ਦੇ ਵੀ ਮਾਇਨੇ ਬਹੁਤ ਸਾਰੇ ਕੱਢੇ ਜਾ ਸਕਦੇ ਨੇ। ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਉੱਪਰ ਰੱਖਿਆ। ਉੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀ। मैं समझता हूं कि मेरी पार्टी के जो वरिष्ठ नेताओं ने उस समय जो नीतियां बनाई, जो रणनीतियां बनाई, वो उस समय के लिए बहुत अनिवार्य थी और उसके कारण पंजाब की एकता, पंजाब के अंदर फिर से एक बार शांति का माहौल बने, पंजाब खून खराबे से बाहर निकले। और मैं मानता हूं कि भारतीय जनता पार्टी ने अपने राजनीतिक स्वार्थ के बजाय पंजाब का हित सुप्रीम माना और उसने राजनीतिक जो भी कॉम्प्रोमाइज करने की आवश्यकता थी किया। वो बहुत जरूरी था, इसलिए किया। हम पंजाब को खून खराबे से बाहर निकालना चाहते थे, हम पंजाब को शांति देना चाहते थे और उसके लिए अगर बीजेपी का नुकसान होता है तो होने देंगे, ये हमने होने दिया। ਪੁਰਾਣੇ ਭਾਈਵਾਲ ਅਕਾਲੀ ਦਲ ਤੇ ਖੁੱਲ੍ਹ ਕੇ ਬੋਲੇ ਨੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਪੁਰਾਣੇ ਆਪਣੇ ਭਾਈਵਾਲ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਸੀਗਾ, ਅਕਾਲੀ ਦਲ ਦੇ ਨਾਲ ਸਿਆਸੀ ਕੰਪਰੋਮਾਈਜ਼ ਕੀਤਾ ਸੀਗਾ। ਸਿਆਸੀ ਮੁਨਾਫੇ ਦੀ ਥਾਂ ਪੰਜਾਬ ਦੇ ਹਿੱਤਾਂ ਨੂੰ ਉੱਪਰ ਰੱਖਿਆ। ਉਸ ਸਮੇਂ ਏਕਤਾ ਤੇ ਸ਼ਾਂਤੀ ਦੇ ਲਈ ਗੱਠਜੋੜ ਜ਼ਰੂਰੀ ਸੀਗਾ। ਸੋ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਲੈ ਕੇ ਪ੍ਰਧਾਨ ਮੰਤਰੀ ਖੁੱਲ੍ਹ ਕੇ ਬੋਲੇ ਨੇ। ਖੁੱਲ੍ਹ ਕੇ ਇਸ ਗੱਠਜੋੜ ਨੂੰ, ਪੁਰਾਣੇ ਗੱਠਜੋੜ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਪੰਜਾਬ ਦੀ ਖਾਤਰ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਗਿਆ ਸੀਗਾ। तो साडे नाल अकाली दल के सीनियर आगू प्रोफैसर प्रेम सिंह चंदूमाजरा जुड़ चुके हैं। प्रोफैसर साहब तुहाडा स्वागत है न्यूज़ 18 पंजाब ते। हालांकि तुहाडे जिहड़े रस्ते अलग-अलग हो चुके हैं, चाहे तुसीं बीजेपी नालों नाता तोड़ लिया, पर प्रधानमंत्री दे वल्लों इह वड्डा बयान दिता गया। प्रधानमंत्री कहंदे ने कि पंजाब दी खातर अकाली दल दे नाल गठजोड़ कीता सीगा, अकाली दल दे नाल सियासी कंप्रोमाइज़ कीता सी। मुड़ तो असीं रोक करन दी कोशिश करांगे, मुड़ तो प्रेम सिंह चंदूमाजरा नाल जोड़न दी कोशिश करांगे। सो हुण वेखण होवेगा कि अकाली दल दे वल्लों प्रधानमंत्री दे इस वड्डे बयान नूं लैके की प्रतिक्रम सामने आउंदा है, क्योंकि पहली बार खुल के पुराने भाईवाल नूं लैके बोले ने प्रधानमंत्री नरेंद्र मोदी। उन्हां दा साफ-साफ कहना है कि पंजाब दी खातर अकाली दल दे नाल गठजोड़ कीता गया सीगा, अकाली दल दे नाल सियासी कंप्रोमाइज़ कीता सीगा। इन्हां शब्दां दी वरतों कर रहे ने। उन्हां ने कहा कि सियासी कंप्रोमाइज़ कीता गया सी। उत्थे प्रधानमंत्री ने कहा कि सियासी मुनाफे की थां पंजाब के हितों को उपर रखिया। उस समय एकता ते शांति के लिए गठजोड़ जरूरी सीगा। जिवें कि असीं पहले दस रहे हां कि किसानी मुद्दा, खेती कानून किते ना किते वड्डी वजह बनते हैं 9 मास का रिश्ता टुटन नूं लैके, क्योंकि इस मुद्दे नूं लैके अकाली दल दे वल्लों वड्डा फैसला लिया जाता है। भाजपा के नालों नाता तोड़ लिया जाता। 2022 दी चोणां नूं लैके बीएसपी के नाल गठजोड़ कर लिया जाता। हालांकि हुण बीजेपी का गठजोड़ कैप्टन अमरिंदर ते सुखदेव सिंह ढींडसा दे नाल है, उन्हां दीयां पार्टियां दे नाल है। पर पुराने भाईवाल नूं लैके खुल के बोले ने प्रधानमंत्री। मैं समझता हूं कि मेरी पार्टी के जो वरिष्ठ नेताओं ने उस समय जो नीतियां बनाई, जो रणनीतियां बनाई, वो उस समय के लिए बहुत अनिवार्य थी और उसके कारण पंजाब की एकता, पंजाब के अंदर फिर से एक बार शांति का माहौल बने, पंजाब खून खराबे से बाहर निकले। और मैं मानता हूं कि भारतीय जनता पार्टी ने अपने राजनीतिक स्वार्थ के बजाय
पंजाब का हित सुप्रीम माना और उसने राजनीतिक जो भी कॉम्प्रोमाइज करने की आवश्यकता थी किया। वो बहुत जरूरी था इसलिए किया। हम पंजाब को खून खराबे से बाहर निकालना चाहते थे, हम पंजाब को शांति देना चाहते थे, और उसके लिए अगर बीजेपी का नुकसान होता है तो होने देंगे, ये हमने होने दिया। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਅਕਾਲੀ ਦਲ ਹੀ ਨਹੀਂ ਸਗੋਂ ਕਿਸਾਨਾਂ ਅਤੇ ਖੇਤੀ ਕਾਨੂੰਨ ਦੇ ਮੁੱਦੇ ਤੇ ਵੀ ਬੇਬਾਕੀ ਦੇ ਨਾਲ ਗੱਲ ਰੱਖੀ। ਨਾਲ ਹੀ ਪੀਐਮ ਨੇ ਫਿਰੋਜ਼ਪੁਰ ਦੇ ਵਿੱਚ ਸੁਰੱਖਿਆ ਦੇ ਵਿੱਚ ਕੁਤਾਹੀ ਤੇ ਲਖੀਮਪੁਰ ਕਾਂਡ ਤੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। किसानों के दिल जीतने के लिए निकला हुआ इंसान हूं। मैं छोटे किसानों का दर्द समझता हूं और मैंने हमेशा उनके दिल जीतने का प्रयास किया है, और हिंदुस्तान भर के किसानों का मैंने दिल जीता भी है, मेरा साथ दिया है, समर्थन किया है। लेकिन मैंने कहा था, उस दिन भी कहा था टीवी में, कि मैंने किसानों की भलाई के लिए कदम उठाए, लेकिन आज देश के हित में मैं वापस कर रहा हूं। मैं समझता हूं इसको अधिक विस्तार मुझे करने की जरूरत नहीं है। बाद के घटनाक्रमों से पता चलेगा कि क्यों जरूरत पड़ी थी। इस विषय में मैंने पूरी तरह मौन रखा हुआ है, क्योंकि सुप्रीम कोर्ट स्वयं इसको गंभीरतापूर्वक इस बात को देख रही है। मेरा कोई भी वाक्य पूरी जो चल रहा है उस पर प्रभाव पैदा करे यह उचित नहीं है। जो भी है सुप्रीम कोर्ट के द्वारा जांच कमेटी निकालेगी, जो सत्य होगा देश के सामने आएगा। मैं यही तो कह रहा हूं कि सुप्रीम कोर्ट जो कमेटी बनाना चाहती थी, राज्य सरकार ने सहमति दी। सुप्रीम कोर्ट जिस जज के नेतृत्व में तपास करना चाहती थी, राज्य सरकार ने सहमति दी। राज्य सरकार ट्रांसपेरेंसी से काम कर रही है, तभी तो सुप्रीम कोर्ट की इच्छा के अनुसार सारे निर्णय करती है। हिंदुस्तान में भ्रष्टाचार ये दीमक की तरह देश को परेशान कर रहा है कि नहीं कर रहा है? ऐसे लोगों के खिलाफ जनता ने हर बार आवाज उठाई कि नहीं उठाई है? अगर मैं कुछ न करूं तो जनता मुझे माफ करेगी क्या? जहां से भी सरकार को जानकारी मिलेगी, सरकार ने कदम उठाना चाहिए कि नहीं उठाना चाहिए? और कदम उठाने के बाद अगर देश के खजाने में अरबों खरबों रुपए आ रहे हैं तो मेरी तारीफ होनी चाहिए। अच्छा, चुनाव के समय हिंदुस्तान में हर बार चुनाव चलता रहता है भाई। आज भारतीय जनता पार्टी सबसे अधिक विश्वसनीय पार्टी के रूप में पंजाब में उभरी है। आपने देखा होगा, बहुत बड़े वरिष्ठ लोग, समाज जीवन के वरिष्ठ लोग, जिनका राजनीति से लेना देना नहीं थे, वैसे बहुत बड़ी मात्रा में पिछले दिनों भारतीय जनता पार्टी ज्वाइन किया है। फिर जो राजनीति के बहुत बड़े महारथी हैं, ऐसे लोगों ने भी अपने पुराने दल छोड़ करके भारतीय जनता पार्टी टिकट दे या न दे, लेकिन भारतीय जनता पार्टी पंजाब के स्थिरता के लिए, पंजाब के विकास के लिए, पंजाब की शांति के लिए बहुत जरूरी है, और इसलिए पंजाब में भारतीय जनता पार्टी का शासन बनना चाहिए। आज पंजाब से आवाज उठी है। मैं समझता हूं कि मेरी पार्टी के जो वरिष्ठ नेताओं ने उस समय जो नीतियां बनाई, जो रणनीतियां बनाई, वो उस समय के लिए बहुत अनिवार्य थी, और उसके कारण पंजाब की एकता, पंजाब के अंदर फिर से एक बार शांति का माहौल बने, पंजाब खून खराबे से बाहर निकले। और मैं मानता हूं कि भारतीय जनता पार्टी ने अपने राजनीतिक स्वार्थ के बजाय पंजाब का हित सुप्रीम माना, और उसने राजनीतिक जो भी कॉम्प्रोमाइज करने की आवश्यकता थी किया। वो बहुत जरूरी था इसलिए किया। हम पंजाब को खून खराबे से बाहर निकालना चाहते थे, हम पंजाब को शांति देना चाहते थे, और उसके लिए अगर बीजेपी का नुकसान होता है तो होने देंगे, ये हमने होने दिया। मैंने जब लखपत में गुरुद्वारा का भूकंप में नुकसान हुआ था, मैं वहां गया देखने के लिए, मुझे बड़ा दर्द हुआ।
तो मैं ऐसे ऐसे कारीगरों को लाया राजस्थान वगैरह बाहर से कि वैसा ही मुझे गुरुद्वारा बना के दो जो गुरु नानक देव जी के जहां चरण पड़े थे, बनाया दोबारा। आज कच्छ के अंदर जो हमारे सरदार परिवार है, बहुत बड़ी मात्रा में है, खेती करते हैं। जब वो इसका बात का बना, उनकी आंखों में से आंसू आ जाता है जी। और मैं अभी कुछ दिन पहले भी एक वर्चुअल मीटिंग में मैंने उस गुरुद्वारा में सबसे बात की, मेरा इतना लगाव रहा है जी।